ਅੱਜ ਮੈਂ ਇੱਕ ਅਜਿਹੀ ਥਾਂ ਤੇ ਖੜੀ ਹਾਂ ਜਿੱਥੇ ਇੱਕ ਔਰਤ ਜਿਸ ਦੇ ਵਿੱਚ ਅਜਿਹੀ ਊਰਜਾ ਉਤਪੰਨ ਹੁੰਦੀ ਹੈ ਕਿ ਉਹ ਆਪਣੇ ਆਪ ਹੀ ਅਗਨ ਭੇਟ ਹੋ ਜਾਂਦੀ ਹੈ। ਉਹ ਝੂਠੇ ਅਫਵਾਹ ਉਡਾਈ ਜਾਂਦੇ ਲੋਕ। ਇਹ ਚ ਕੋਈ ਨਹੀਂ ਉਹ ਹੈ ਵੀ ਕੋਈ ਨਹੀਂ ਸਤੀ ਹਾਵੀ ਹੁੰਦੀ। ਸਵਿਤੀ ਤਾਂ ਸਾਨੂੰ ਫਲੀਭੂਤ ਕਰ ਰਹੀ ਹੈ। नहीं, इसमें कोई सच्चाई बिल्कुल नहीं है, क्योंकि मुझे यहाँ रहते 25 साल गुजर गए। अगर सती हावी होती तो मेरे ऊपर भी हावी होती सती। ਜਦੋਂ ਅਸੀਂ ਬਹੂ ਵਿਆਹ ਕੇ ਲਿਆਂਦੇ ਆ ਨਾ ਨਵੀਂ ਦੇਖੋ ਉਹਦੇ ਬੰਨ ਵੀ ਲੱਗਿਆ ਹੁੰਦਾ, ਬਟਨਾ ਵੀ ਲੱਗਿਆ ਹੁੰਦਾ, ਮਹਿੰਦੀ ਲੱਗੀ ਹੁੰਦੀ ਹੈ, ਸਾਰੀ ਫ੍ਰੈਗਰੈਂਸ ਵਾਲੀ ਚੀਜ਼ਾਂ ਲੱਗੀਆਂ ਹੁੰਦੀਆਂ ਨੇ। ਪਰ ਇੱਥੇ ਹੀ ਅਸੀਂ ਮੱਥਾ ਟਿਕਵਾਉਣ ਆਉਂਦੇ ਆ, ਕੋਈ ਕਿਸੇ ਦਾ ਕੰਨ ਵੀ ਤੱਤਾ ਨਹੀਂ ਹੋਇਆ ਅੱਜ ਤੱਕ। ਤਾਂ ਯੁੱਧ ਚ ਇਹਨਾਂ ਦੇ ਹਸਬੰਡ ਦੀ ਡੈਥ ਹੋ ਗਈ। ਇਹ ਆਪਣਾ 16 ਸਿੰਗਾਰ ਕਰਕੇ 2 ਬੱਚੀਆਂ ਸੀਗੇ ਜੁੜਵਾ, ਉਹਨਾਂ ਨੂੰ ਵੀ ਨਾਲ ਲੈ ਕੇ ਉਹ ਇੱਥੇ ਆ ਕੇ ਸਤੀ ਹੋ ਗਏ। ਉਧਰ ਨਾ CRP ਵਾਲੇ ਰਹਿੰਦੇ ਸੀਗੇ, ਉਹਨਾਂ ਨੇ ਡੈੱਡ ਬੋਡੀ ਨੂੰ ਜਲਾਉਣ ਤੋਂ ਮਨਾ ਕਰਤਾ। ਕਹਿੰਦੇ ਸਾਨੂੰ ਸਮੈਲ ਆਉਂਦੀ ਹੈ। ਨਾਲੇ ਸਰਕਟ ਹਾਊਸ ਬਣ ਗਿਆ ਸੀਗਾ। समय अकबर का ज़माना था तो युद्ध के मैदान में पति लड़ने के लिए गए, उनकी डेथ हो गई, युद्ध में मारे गए तो अपने पत्नी उनके साथ जल करके समाप्त हो गई। साथ में 2 सतियाँ और बनी हुई है, और ये दोनों सतियाँ, इनका डेट तो मुझे पक्का नहीं, लेकिन फिर भी 350-400 साल के आसपास ये तीनों सतियाँ हुई हैं। और कोई देशी रक्षा करते हुए पति गुजर गए तो उनके साथ सती हो गई। ਤੇ ਜਦੋਂ ਵੀ ਕੋਈ ਨਵੀਂ ਵਿਆਹੀ ਆਂਦੀ ਹੈ ਹਨਾ, ਸਭ ਤੋਂ ਪਹਿਲਾਂ ਉਹਨੂੰ ਇੱਥੇ ਮੱਥਾ ਟਿਕਾਇਆ ਜਾਂਦਾ ਹੈ। ਤੇ ਇਸ ਦੇ ਪਿੱਛੇ ਦਾ ਕਾਰਨ ਕੀ ਹੈ? ਨਹੀਂ, ਉਹ ਵਰਦਾਨ ਦੇ ਕੇ ਗਏ ਆ ਨਾ ਸਤੀ ਮਾਤਾ, ਅੱਛਾ, ਕਿ ਜਿਹੜਾ ਵੀ ਮੇਰੇ ਕੋਲ ਆ ਕੇ ਮੱਥਾ ਟੇਕੇਗਾ ਮੈਂ ਉਹਦੀ ਸਾਰੀ ਮਨੋਕਾਮਨਾ ਪੂਰੀ ਕਰੂੰਗੀ। ਅੱਛਾ, ਇਹ ਕਲਯੁਗ 'ਚ ਜਾਗਦੀ ਜੋਤ ਹੈ, ਬਿਲਕੁਲ ਸਾਖਸ਼ਾਤ ਪ੍ਰਣਾਮ ਹੈ। तो हम तो यही चाहते हैं कि मान्यता करें सतियों की, करनी भी चाहिए। माँ तो सबकी बराबर एक है, लेकिन वहम में ना पड़ें, क्योंकि इतने साल पहले सती हुई है तो भूत प्रेत बन के कैसे उसके अंदर आएगी, क्या होगा, ये सब उल्टी पुल्टी बातें करके लोगों को बहकाने वाली बात है। इस पर कदापि विश्वास नहीं करना चाहिए। नासा की बात करते हैं, US अमेरिका की बातें करते हैं, और जाकर के स्पेस में जाकर के एयरपोर्ट तक बना लेते हैं। तो आज ये भूत प्रेत की बातों पर विश्वास करने वाला बिल्कुल गलत भाव है ये। और हम एजुकेटेड पर्सन हैं, पढ़े लिखे लोग हैं, दीन दुनिया सब देखते हैं, हम दुनिया घूमते हैं, तो ऐसी बात पे विश्वास करके लोगों के प्रति वहम डालना ये बड़ा गलत परंपरा है। ऐसा नहीं करना चाहिए। ਅੱਜ ਮੈਂ ਇੱਕ ਅਜਿਹੀ ਥਾਂ ਤੇ ਖੜੀ ਹਾਂ ਜਿੱਥੇ ਇੱਕ ਔਰਤ ਜਿਸ ਦੇ ਵਿੱਚ ਅਜਿਹੀ ਊਰਜਾ ਉਤਪੰਨ ਹੁੰਦੀ ਹੈ ਕਿ ਉਹ ਆਪਣੇ ਆਪ ਹੀ ਅਗਨ ਭੇਟ ਹੋ ਜਾਂਦੀ ਹੈ। ਸਤੀ ਉਹਨੂੰ ਕਹਿੰਦੇ ਨੇ। ਸਤੀਆਂ ਦਾ ਇਹ ਮੰਦਿਰ ਹੈ ਜੋ ਕਿ ਚੰਡੀਗੜ੍ਹ ਦੇ ਵਿੱਚ ਮਲੋਆ ਦੇ ਵਿੱਚ ਮੌਜੂਦ ਹੈ, ਸਥਾਪਿਤ ਹੈ, ਜਿੱਥੇ ਕਹਿੰਦੇ ਨੇ ਕਿ ਅੱਜ ਤੋਂ 400-500 ਸਾਲ ਪੁਰਾਣੀ ਗੱਲ ਹੈ ਕਿ ਜਦੋਂ ਇੱਕ ਔਰਤ ਉਸਦੇ ਪਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਉਸ ਦੇ ਵਿੱਚ ਆਪਣੇ ਆਪ ਹੀ ਇੱਕ ਅਜਿਹੀ ਊਰਜਾ ਉਤਪੰਨ ਹੋ ਜਾਂਦੀ ਹੈ ਕਿ ਉਸ ਨੂੰ ਅੱਗ ਲੱਗ ਜਾਂਦੀ ਹੈ। ਆਪਣੇ ਆਪ ਹੀ ਉਸ ਨੂੰ ਅੱਗ ਲੱਗ ਕੇ ਉਹ ਅਗਨ ਭੇਟ ਹੋ ਜਾਂਦੀ ਹੈ, ਭਾਵ ਉਸ ਦੀ ਮੌਤ ਹੋ ਜਾਂਦੀ ਹੈ। ਤਾਂ ਇੱਥੇ ਇਸ ਮੰਦਿਰ ਨੂੰ ਲੈ ਕੇ ਇੱਕ ਲੋਕਾਂ ਦੇ ਵਿੱਚ ਇਹ ਅਫਵਾਹ ਵੀ ਫੈਲਾਈ ਜਾ ਰਹੀ ਹੈ ਕਿ ਜਿਹੜਾ ਇਹ ਮੰਦਿਰ ਹੈ ਚੰਡੀਗੜ੍ਹ ਦੇ ਵਿੱਚ ਮੰਦਿਰ, ਸਤੀ ਮੰਦਿਰ ਜਿਸ ਨੂੰ ਕਹਿੰਦੇ ਨੇ, ਤਾਂ ਉੱਥੇ ਕਹਿੰਦੇ ਨੇ ਵੀ ਕੋਈ ਵੀ ਔਰਤ ਉੱਥੇ ਮੱਥਾ ਟੇਕਣ ਜਾਂਦੀ ਹੈ ਤਾਂ ਉਸ ਦੇ ਉੱਤੇ ਜਿਹੜੀ ਹੈ ਸਤੀ ਦੀ ਆਤਮਾ ਹਾਵੀ ਹੋ ਜਾਂਦੀ ਹੈ। ਤਾਂ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ, ਇਹ ਜਾਣਨ ਦੇ ਲਈ ਅੱਜ ਅਸੀਂ ਇੱਥੇ ਚੰਡੀਗੜ੍ਹ ਦੇ ਵਿੱਚ ਮੰਦਿਰ ਦੇ ਵਿੱਚ ਪਹੁੰਚੇ ਹਾਂ। ਮੰਦਿਰ ਦੇ ਵਿੱਚ ਮੌਜੂਦ ਹਾਂ ਅਸੀਂ, ਜਿੱਥੇ ਪਹਿਲਾਂ ਇਹ ਸਤੀਆਂ ਦਾ ਮੰਦਿਰ ਹੁੰਦਾ ਸੀ, ਪਰ ਹੁਣ ਇੱਥੇ ਪ੍ਰਾਚੀਨ ਕ੍ਰਿਸ਼ਨਾ ਮੰਦਿਰ ਹੈ ਜਿਹੜਾ ਉਹ ਅੱਜ ਤੋਂ ਕੁਝ ਸਾਲ ਪਹਿਲਾਂ ਸਥਾਪਿਤ ਕੀਤਾ ਗਿਆ। ਪਹਿਲਾਂ ਇਹ ਜਗ੍ਹਾ ਜਿਹੜੀ ਹੁੰਦੀ ਸੀ ਸਤੀਆਂ ਦੀ ਹੁੰਦੀ ਸੀ, ਇੱਥੇ ਸਤੀਆਂ ਦੀ ਸਮਾਧਾਂ ਨੇ। ਤਾਂ ਆਓ ਅੱਜ ਜਾਣਦੇ ਹਾਂ ਕਿ ਇਸ ਦੇ ਪਿੱਛੇ ਦੀ ਅਸਲ ਸੱਚਾਈ ਕੀ ਹੈ, ਕੀ ਅਜਿਹਾ ਹੁੰਦਾ ਜਿਹੜੀ ਸੋਸ਼ਲ ਮੀਡੀਆ ਤੇ ਲੋਕਾਂ ਨੇ ਅਫਵਾਹ ਫੈਲਾਈ ਗਈ ਹੈ ਕਿ ਉਹ ਵਾਕਈ ਦੇ ਵਿੱਚ ਸੱਚ ਹੈ ਜਾਂ ਝੂਠ ਹੈ। ਇਹ ਜਾਣਨ ਦੇ ਲਈ ਆਓ ਗੱਲਬਾਤ ਕਰਦੇ ਹਾਂ, ਆਓ ਮਿਲਦੇ ਹਾਂ ਇੱਥੋਂ ਦੇ ਗੁਰੂ ਜੀ ਦੇ ਨਾਲ ਤੇ ਇੱਥੋਂ ਦੇ ਸ਼ਰਧਾਲੂਆਂ ਦੇ ਨਾਲ ਗੱਲਬਾਤ ਕਰਦੇ ਹਾਂ। ਹੁਣ ਅਸੀਂ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਇੱਥੋਂ ਦੇ ਮੰਦਿਰ ਦੇ ਗੁਰੂ ਜੀ ਦੇ ਨਾਲ, ਤੇ ਜਿਹੜੇ ਹੁਣ ਇਸ ਮੰਦਿਰ ਨੂੰ ਸੰਭਾਲ ਰਹੇ ਨੇ, ਜਿਨ੍ਹਾਂ ਦੀ ਛਤਰ ਛਾਇਆ ਦੇ ਹੇਠ ਜਿਹੜਾ ਇਹ ਮੰਦਿਰ ਚੱਲ ਰਿਹਾ, ਇੱਥੇ ਸੇਵਾ ਨਿਭਾ ਰਹੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਵਾਂਗੇ। ਤੇ ਕੀ ਸਤੀਆਂ ਦਾ ਪਿਛੋਕੜ ਕੀ ਸੀ, ਕੀ ਇਹਨਾਂ ਦੇ ਪਿੱਛੇ ਦਾ ਰਾਜ਼ ਕੀ ਸੀ, ਇਸ ਬਾਰੇ ਗੱਲਬਾਤ ਕਰਾਂਗੇ ਜੀ। ਗੁਰੂ ਜੀ, ਲਾਈਵ ਪੰਜਾਬੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। धन्यवाद, बहुत बहुत धन्यवाद।
ਜੀ ਜਿੱਦਾਂ ਹੁਣ ਅਸੀਂ ਇੱਥੇ ਆਏ ਆ ਸਤੀਆਂ ਦਾ ਜਿੱਦਾਂ ਮੰਦਿਰ ਇਹ ਮੰਨਿਆ ਜਾਂਦਾ ਇੱਥੇ ਕਿੰਨੀ ਸਤੀਆਂ ਦੀ ਸਮਾਧਾਂ ਨੇ ਇੱਥੇ। यहाँ पे 3 सतियों की समाधि बनी हुई है। ਹਾਂਜੀ और जब मैं 24-25 साल पहले आया था यहाँ पे तो ये ज़मीन सतियों के नाम चल रही थी। ਜੀ अब इन्होंने सतियों के नाम से हटा करके मंदिर के नाम से ज़मीन को ट्रांसफ़र कर दिया। ਜੀ उसके बाद फिर मैंने तीनों सतियों का इनका जीर्णोद्धार कर दिया, टाइल वाइल लगा करके अच्छा बना दिया। और तीनों सतियाँ आज भी यहाँ मौजूद हैं। और लोगों की बड़ी मान्यता है। अब जैसे दिवाली आने वाली है कुछ दिन बाद, दिवाली में जितने भी राजपूत इस सती के साथ जुड़े हुए हैं और जिनके ये सती पूर्वज रही, वो सारे के सारे लोग यहाँ आकर के दीवा जलाएंगे, दीवा चास करके अच्छी तरह से फिर कुछ मखाने से कुछ कुछ अर्पण करके सब करके सतियों को प्रसन्न करने का प्रयास करते हैं। आज भी ये परंपरा है इनकी। ਅੱਜ ਵੀ ਹੈਗੀ ਹੈ। ਤੇ ਜਿਹੜੀ ਇਹ ਸਤੀਆਂ ਸੀਗੀਆਂ ਇੱਥੇ ਉਹ ਸਤੀ ਕਿਵੇਂ ਹੋਏ ਸੀ ਤੇ ਕਿੰਨੇ ਸਾਲ ਪੁਰਾਣੀ ਇਹ ਗੱਲ ਹੈ, ਕਿੰਨੇ ਸਾਲਾਂ ਦੀ ਗੱਲ ਹੈ ਇਹ ਵੀ, ਉਹਨਾਂ ਦੇ ਸਤੀ ਹੋਣ ਦਾ ਕਾਰਨ ਕੀ ਸੀ, ਕਿੱਦਾਂ ਸਤੀ ਹੋਏ ਸੀ ਉਹ। कहते हैं जैसे यहाँ पे राजस्थान के लोग आते हैं मेरे पास और उनसे मैंने जैसे बात की तो उसके आधार पे जैसे मुझे पता चला भी एक जो सती है, पहली वाली एक सती है सामने बनी हुई है, कभी आप कैमरे से आप दिखा सकते हैं उनको भी। और वो जो सती है आज से करीब 424-25 साल पहले वो सती हुई थी। और कहते हैं कि जैसे उस समय अकबर का ज़माना था तो युद्ध के मैदान में पति लड़ने के लिए गए, उनकी डेथ हो गई, युद्ध में मारे गए तो अपने पत्नी उनके साथ जल करके समाप्त हो गई। साथ में 2 सतियाँ और बनी हुई है और ये दोनों सतियाँ, इनका डेट तो मुझे पक्का नहीं लेकिन फिर भी 350-400 साल के आसपास ये तीनों सतियाँ हुई हैं। और कोई देशी रक्षा करते हुए पति गुजर गए तो उनके साथ सती हो गई। उस जमाने की जो कुप्रथा थी, कुप्रथा के आधार पे किसी को ऐसे ज़बरदस्ती भी सती बना दिया गया होगा। लेकिन जो एक सती है विशेष करके यहाँ 20 मंदिर के बिल्कुल सामने है और वो सती अपनी मर्जी से हुई थी, ऐसी मान्यता है। ਔਰ ਗੁਰੂ ਜੀ ਇਹ ਕਿਹਾ ਜਾਂਦਾ ਹੈ ਕਿ ਪਹਿਲਾਂ ਇਹ ਜਿਹੜੀ ਜਗ੍ਹਾ ਸੀਗੀ ਇਹ ਸਤੀਆਂ ਦੀ ਹੀ ਸੀ, ਪਹਿਲਾਂ ਇੱਥੇ ਮੰਦਿਰ ਨਹੀਂ ਸੀ। ਹੁਣ ਜਿਹੜਾ ਇਹ ਪ੍ਰਾਚੀਨ ਕ੍ਰਿਸ਼ਨਾ ਮੰਦਿਰ ਇੱਥੇ ਆਇਆ ਹੈ, ਇਹਨਾਂ ਦੀ ਸਥਾਪਨਾ ਹੋਏ ਨੂੰ ਕਿੰਨੇ ਕੁ ਸਾਲ ਹੋ ਗਏ। अच्छा, पहले तो वैसे ये सतियों के नाम से ज़मीन चल रही थी, जो फिर आज से 28-30 साल पहले जब गवर्नमेंट ने सारा ज़मीन एक्वायर किया, 30 साल पुरानी बात होएगी, तो जब एक्वायर किया तो ये राजपूत समाज की सती है, राजपूतों की सती। तो उन्होंने कहा कि हम ये ज़मीन सतियों के नाम है, हमारी जद्दी ज़मीन है, तो इसको हम सरकार को देना नहीं चाहते और ये पूरा का पूरा मंदिर को हम डोनेट करेंगे। तो कुदरती मेरा आना हुआ यहाँ पे। मैं तो, मेरा जन्म दार्जिलिंग पश्चिम बंगाल का है वैसे, तो मेरा आना बना तो उन्होंने मुझे ये ज़मीन अर्पित की और यहाँ पे फिर हमने राधा कृष्ण की मंदिर बनवाई और गरीब बच्चों को यहाँ पढ़ाने लिखाने का हम यहाँ काम करते हैं। अनाथ आश्रम भी साथ में चलता है और इनको बच्चों को पढ़ा के लिखा करके नौकरी पे लगा देते हैं। तो मैं तो एक प्रकार से अच्छा भी मानता हूँ क्योंकि सतियों के नाम से ज़मीन चल रही थी, उन्होंने मंदिर के नाम ट्रांसफ़र कर दिया। लेकिन उन्होंने एक नियम शर्त रखी मेरे सामने भी, कृपा करके आप सतियों को ना तोड़ें। हमारे पूर्वजों की सतियाँ हैं तो हम कृपया इसको तोड़ें ना। तो मैंने इसको रिपेयर करके ठीक ठाक कर दिया। तो ऐसे चल रहा है, मंदिर बन रहा अब तो, लेकिन मंदिर के नाम से भी सब जगह जानते हैं, सती के नाम से भी लोग जानते हैं। ਬਿਲਕੁਲ ਜਿੱਦਾਂ ਦੇਖਿਆ ਜਾਵੇ ਤਾਂ ਅੱਜ ਤੋਂ ਤਕਰੀਬਨ 300-400 ਸਾਲ ਪਹਿਲਾਂ ਦੀ ਗੱਲ ਹੈ ਕਿ ਜਦੋਂ ਕਿਸੇ ਔਰਤ ਦੀ ਹਸਬੈਂਡ ਦੀ, ਪਤੀ ਦੀ ਮੌਤ ਹੋ ਜਾਂਦੀ ਸੀ, ਡੈਥ ਹੋ ਜਾਂਦੀ ਸੀ, ਤਾਂ ਉਸ ਤੋਂ ਬਾਅਦ ਜਿਹੜੀ ਉਸਦੀ ਪਤਨੀ ਹੁੰਦੀ ਸੀ, ਘਰ ਵਾਲੀ ਹੁੰਦੀ ਸੀ, ਉਸ ਨੂੰ ਨਾਲ ਹੀ ਸਤੀ ਕਰ ਦਿੱਤਾ ਜਾਂਦਾ ਸੀ। ਕਈਆਂ ਨੂੰ ਧੱਕੇ ਦੇ ਨਾਲ ਸਤੀ ਕੀਤਾ ਜਾਂਦਾ ਸੀ, ਕਈ ਆਪਣੀ ਮਰਜ਼ੀ ਦੇ ਨਾਲ ਸਤੀ ਹੋ ਜਾਂਦੀਆਂ ਸੀ। ਕਹਿੰਦੇ ਇਹ ਕੁਪ੍ਰਥਾ ਸੀ ਜਿਹੜੀ ਪਹਿਲਾਂ ਦੇ ਸਮਿਆਂ ਦੇ ਵਿੱਚ ਚੱਲਦੀ ਸੀ, ਲੋਕੀ ਕਾਫੀ ਵਹਿਮ ਭਰਮਾਂ ਦੇ ਵਿੱਚ ਡੁੱਬੇ ਹੋਏ ਸੀ। ਤਾਂ ਗੁਰੂ ਜੀ ਮੇਰਾ ਇੱਥੇ ਸਵਾਲ ਇਹ ਰਹੂਗਾ ਕਿ ਜਿੱਦਾਂ ਹੁਣ ਵਹਿਮ ਭਰਮੀ ਸੀ, ਇਹ ਇੱਕ ਕੁਪ੍ਰਥਾ ਸੀ, ਤੇ ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਨੇ ਤੇ ਅੱਜ ਵੀ ਲੋਕੀ ਇਦਾਂ ਦੇ ਵਹਿਮਾਂ ਭਰਮਾਂ ਤੇ ਵਿਸ਼ਵਾਸ ਕਰਦੇ ਨੇ। ऐसा ना, ये धरती जो धरती है ये भी स्त्री रूपी धरती है, जी। जो बिना स्त्री के, बिना महिला के संसार चल नहीं सकता। अगर आप देखो, जब आपको धन की आवश्यकता पड़ती है तो आप किसके पास जाते हैं? लक्ष्मी मैया के पास, वो भी स्त्री है। और जब आपको विद्या की जरूरत पड़ती है तो आप सरस्वती मैया के पास जाते हैं, वो भी महिला हैं। जब आपको और किसी चीज़ की आवश्यकता पड़े, शक्ति किसी उसका संहार करने का, पापियों का, तो माता दुर्गा के पास चले जाते हैं। सारी देवी शक्तियों के बगैर ये धरती चल नहीं सकती। तो महिलाओं को एक समय में
इस नज़र से देखा जाता था ये महिलाएं हैं, इनसे कुछ होने वाला नहीं है। लेकिन महिलाएं ही इस धरती को चला रही है, धरती खुद भी महिला के रूप में मौजूद है। ये ब्रह्मांड को भी हम धरती के रूप महिला के रूप में स्वीकार करते हैं। और आदि शक्ति जैसे प्रारंभ हुई, सबसे पहले तो उनके द्वारा सृष्टि की रचना हुई। ये बड़ी लंबी सारी बातें हैं। लेकिन जब महिलाओं को उस समय ये माना जाता था कि पुरुष चला गया तो अकेली कैसे रहेगी, इसका देखभाल कैसे होगा, बच्चे हैं ही नहीं, तो इस तरह से इसको सती कर दिया जाए। तो ये बड़ी कुप्रथा थी उस समय। और जैसे सत्य त्रेता द्वापर युग में हमारे जैसे 4 युग हैं, सत्य युग, त्रेता युग, द्वापर युग में तो अपने शरीर से अग्नि प्रकट करती थी, वो अपनी ज्वाला खुद प्रकट करके खुद जल जाती थी, उनको उसमें अच्छा लगता था। लेकिन ये कलयुग में तो ऐसा हो नहीं सकता, इसी साधना लोग कर नहीं सकते। तो पति गुजर गया तो जबरदस्ती ले जा करके उसको जला देना, ये बड़ी भयंकर कुप्रथा थी, ये गलत चीज़ था। और आज विधवाओं को जीने का अधिकार देना चाहिए। अगर वो छोटी उम्र की लड़की है तो उसका पुनर्विवाह कर दिया जाए। पुनर्विवाह नहीं होता, उसके बच्चे हैं तो उनको बच्चों के देखभाल में छोड़ दिया जाए। गुरु पर बनाए, वृंदावन की यात्रा करें, तीर्थों की यात्रा करें, साधना करें, पाठ पूजा करें। और ये महिलाओं को इस तरह से करने का सोच पता नहीं लोगों ने कहाँ से परंपरा डाली। एक विलुप्त कुप्रथा थी, इस कुप्रथा को अब तो चलो हट गया है, लेकिन अब भी कहीं कहीं देहातों में कहीं कहीं लोगों का विचार गलत होता है, तो उससे हमें बदलाव कर लेना चाहिए। ਤੇ ਗੁਰੂ ਜੀ ਇੱਕ ਨਾ ਬਹੁਤ ਵੱਡੀ ਜਿਹੜੀ ਅਫਵਾਹ ਇੱਥੇ ਲੋਕਾਂ ਨੇ ਫੈਲਾਈ ਹੋਈ ਹੈ ਸੋਸ਼ਲ ਮੀਡੀਆ ਤੇ, ਜਿੱਦਾਂ ਮੈਂ ਵੇਖਿਆ ਸੀ ਤਾਂ ਉਸ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਚੰਡੀਗੜ੍ਹ ਦੇ ਵਿੱਚ, ਹਾਲਾਂਕਿ ਇਸ ਮੰਦਿਰ ਦਾ ਕਿਸੇ ਨੂੰ ਪਤਾ ਨਹੀਂ ਹੈ, ਇੱਥੇ ਕੋਈ ਲੋਕੀ ਜਾਣਦੇ ਨਹੀਂ ਹੈ ਕਿ ਇਹ ਸਤੀਆਂ ਦਾ ਮੰਦਿਰ ਕਿੱਥੇ ਹੈ, ਚੰਡੀਗੜ੍ਹ ਦੇ ਵਿੱਚ ਕਿਵੇਂ ਹੈ ਨਾ, ਕੀ ਇਸ ਦੀ ਕਹਾਣੀ ਹੈ। ਪਰ ਇਹ ਹੈ ਕਿ ਸੋਸ਼ਲ ਮੀਡੀਆ ਤੇ ਵੀ ਇਹ ਅਫਵਾਹ ਫੈਲਾਈ ਗਈ ਹੈ ਕਿ ਇੱਕ ਸਤੀ ਦਾ ਮੰਦਿਰ ਹੈ ਜਿੱਥੇ ਕੋਈ ਵੀ ਔਰਤ ਮੱਥਾ ਟੇਕਣ ਆਉਂਦੀ ਹੈ ਤਾਂ ਉਸ ਤੇ ਸਤੀ ਦੀ ਜਿਹੜੀ ਆਤਮਾ ਹੈ ਉਸ ਤੇ ਹਾਵੀ ਹੋ ਜਾਂਦੀ ਹੈ। ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ? नहीं, इसमें कोई सच्चाई बिल्कुल नहीं है, क्योंकि मुझे यहाँ रहते 25 साल गुजर गए। अगर सती हावी होती तो मेरे ऊपर भी हावी होती सती। और यहाँ मैंने अब से कम 20-25 लड़कों को, लड़कियों को पढ़ा करके, स्कूल कॉलेज करा करके, उन सब बच्चों को मैंने देश विदेश जगह जगह भेजा। कईयों की यहाँ से शादी करके अपना घर बसा दिया। तो अगर किसी पर सती हावी होती तो मेरे ऊपर या हमारे बच्चों के ऊपर, जो अनाथ बच्चे मेरे पास आते हैं, उन सब पर हावी होना चाहिए। यहाँ तो कोई आज तक कोई ऐसी घटना घटी ही नहीं है। तो लोगों ने यह अफवाह उड़ा रखी है, और इस जगह पे तो ऐसा कभी हुआ नहीं है। कोई और जगह हो तो मैं कह नहीं सकता, हमारे यहाँ पे ऐसा कुछ भी नहीं है। ये सिर्फ वहम है और उसके अलावा कुछ नहीं है। ਜੀ ਬਿਲਕੁਲ, ਸਾਡਾ ਇੱਥੇ ਮੇਨ ਮਕਸਦ ਇਹੀ ਸੀ ਕਿ ਜਿਹੜੀ ਲੋਕਾਂ ਨੇ ਅਫਵਾਹ ਫੈਲਾਈ ਹੋਈ ਹੈ ਕਿ ਉਸ ਦੇ ਪਿੱਛੇ ਦੀ ਸੱਚਾਈ ਕੀ ਹੈ, ਲੋਕਾਂ ਨੂੰ ਇਹ ਵਹਿਮ ਭਰਮਾਂ ਦੇ ਵਿੱਚ ਕੱਢਣ ਦਾ ਸਾਡਾ ਮੇਨ ਮਕਸਦ ਇਹੀ ਸੀ ਕਿ ਲੋਕਾਂ ਦੇ ਵਿੱਚ ਜਿਹੜੀ ਅਫਵਾਹ ਫੈਲੀ ਹੋਈ ਹੈ ਅਸੀਂ ਉਹਨੂੰ ਕਲੀਅਰ ਕਰ ਸਕੀਏ ਕਿ ਅਜਿਹਾ ਕੁਝ ਵੀ ਨਹੀਂ ਹੈ ਜਿੱਦਾਂ ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲਾਈਆਂ ਗਈਆਂ ਨੇ ਕਿ ਇਸ ਮੰਦਿਰ ਦੇ ਵਿੱਚ ਅਗਰ ਕੋਈ ਔਰਤ ਮੱਥਾ ਟੇਕਣ ਆਉਂਦੀ ਹੈ, ਕੋਈ ਵੀ ਔਰਤ ਆਉਂਦੀ ਹੈ ਤਾਂ ਉਸ 'ਤੇ ਸਤੀ ਦੀ ਆਤਮਾ ਜਿਹੜੀ ਹਾਵੀ ਹੋ ਜਾਂਦੀ ਹੈ। ਇਸ ਦੇ ਵਿੱਚ ਬਿਲਕੁਲ ਵੀ ਸੱਚਾਈ ਨਹੀਂ ਹੈ, ਇਹ ਬਿਲਕੁਲ ਝੂਠ ਹੈ, ਜੋ ਕਿ ਅਸੀਂ ਹੁਣੀ ਗੁਰੂ ਜੀ ਦੇ ਨਾਲ ਤੁਹਾਡੀ ਗੱਲਬਾਤ ਕਰਾ ਕੇ ਹਟੇ ਹਾਂ। ਉਹਨਾਂ ਨੇ ਸਾਰੀ ਕਹਾਣੀ ਦੱਸੀ ਹੈ ਕਿ ਕਿੱਦਾਂ ਇਸ ਮੰਦਿਰ ਦੀ ਸਥਾਪਨਾ ਹੋਈ, ਪਹਿਲਾਂ ਕਿੱਦਾਂ ਇੱਥੇ ਸਤੀਆਂ ਦੀ ਜਿਹੜੀ ਸਮਾਧਾਂ ਨੇ ਉਹ ਕਿੱਦਾਂ ਸਤੀ ਹੋਏ ਸੀਗੇ। ਅੱਜ ਦੀ ਗੱਲ ਨਹੀਂ ਹੈ ਇਹ ਗੱਲਾਂ 400-500 ਸਾਲ ਪੁਰਾਣੀਆਂ ਨੇ। ਉਸ ਤੋਂ ਪਹਿਲਾਂ ਜਿਹੜੀਆਂ ਸੀਗੀਆਂ ਸਤੀਆਂ ਸਤੀ ਹੋਈ ਸੀ ਤਾਂ ਇੱਥੇ ਜਿਹੜੇ ਨਾਲ ਨੇੜੇ ਤੇੜੇ ਦੇ ਪਿੰਡ ਦੇ ਲੋਕ ਨੇ ਜਾਂ ਕੁਝ ਨੇ ਹਜੇ ਵੀ ਇੱਥੇ ਮੱਥਾ ਟੇਕਣ ਆਉਂਦੇ ਨੇ, ਮੰਨਦੇ ਨੇ। ਤੇ ਗੁਰੂ ਜੀ ਕਿੰਨੀ ਕੁ ਮਾਨਤਾ ਹੈ ਹਜੇ ਵੀ ਲੋਕਾਂ ਦੇ ਵਿੱਚ ਜਿਹੜੇ ਉਹ ਇੱਥੇ ਮੱਥਾ ਟੇਕਣ ਆਉਂਦੇ ਨੇ? यहाँ पे कहते हैं आज से 450-500 साल पहले कुछ राजस्थान से राजपूत परिवार आए थे। 2 भाई आए होंगे, तो दोनों भाइयों ने आकर के ये पिंड बसाया मलोया। और इस मलोया पिंड से ही उन्हीं के परिवार में से यहाँ पे कोई सती हुई। तो इस परिवार से जुड़े हुए मलोया और डड्डू माजरा ये और तीड़ा, ये 2-3 गांव के जितने भी सती हैं, यहाँ से जितने भी राजपूत लोग हैं जो यहाँ से गए हुए, कौशल गोत के राजपूत, आज भी ये सारे, चाहे देश में हो, चाहे विदेश में हो, चाहे कहीं भी गए हों, लेकिन अपने नाम से एक दिया जरूर जलाते हैं। दिवाली के दिन सारे राजपूत आएंगे, जो आसपास के जो आएंगे, जो नहीं हैं उनके नाम से कोई और बंदा आकर के यहाँ दिया जलाता है। बड़ी मान्यता तो खूब करते हैं आज भी। और हम तो यही चाहते हैं कि मान्यता करें, सतियों की करनी भी चाहिए। माँ तो सबकी बराबर एक है, लेकिन वहम में ना पड़ें, क्योंकि इतने साल पहले सती हुई है तो भूत प्रेत बन के कैसे उसके अंदर आएगी, क्या होगा, ये सब उल्टी पुल्टी बातें करके लोगों को बहकाने वाली बात है। इस पर कदापि विश्वास नहीं करना चाहिए। ਜੀ ਬਿਲਕੁਲ। ਤੇ ਇੱਕ ਗੁਰੂ ਜੀ ਕਹਿੰਦੇ ਨੇ ਕਿ ਇੱਕ ਇੱਥੇ ਸਤੀ ਹੋਏ ਸੀ, ਉਹ ਆਪਣੇ ਬੱਚਿਆਂ ਦੇ ਨਾਲ ਹੀ ਜਿਹੜੇ ਸੀਗੇ, ਇੱਕ ਔਰਤ ਹੈ ਜਿਹੜੀ ਸਤੀ ਹੋ ਗਈ ਸੀ, ਬੱਚਿਆਂ ਦੇ ਨਾਲ ਹੀ ਉਹ ਸਮਾਧੀ ਲੈ ਕੇ ਬੈਠ ਗਈ ਸੀ, ਜਿੱਥੇ ਕਿ ਉਸ ਦੇ ਅੰਦਰ ਇੱਕ
ਅਜਿਹੀ ਊਰਜਾ ਉਤਪੰਨ ਹੋਈ ਕਿ ਉਹਨੇ ਆਪਣੇ ਆਪ ਨੂੰ ਅਗਨ ਭੇਟ ਕਰ ਲਿਆ ਸੀ। ਤੇ ਇਹ ਉਹਨਾਂ ਦੀ ਬਾਰੇ ਥੋੜਾ ਚਾਨਣਾ ਪਾਓ ਕਿ ਉਹ ਕਿੱਥੋਂ ਦੇ ਸੀਗੇ, ਕਿਵੇਂ ਇਹਦੇ 'ਚ ਕਿੰਨੀ ਕੁ ਸੱਚਾਈ ਹੈ। अब ये बात सुनी तो है मैंने, लेकिन मुझे इसकी पूरी जानकारी नहीं है। मैंने उड़ती उड़ती लोगों से कई बार बात तो ये सुनी है कि ऐसे हुआ था, लेकिन अब हमारी जगह पे ये नहीं हुआ है, यहाँ पे नहीं हुआ है। और बच्चे को गोद में लेके अपने आप जल गई, ऐसा जो हुई ऐसी कोई बात मैंने अभी तक सुना नहीं है। और सच झूठ की बात तो मैं कह नहीं सकता, लेकिन यहाँ नहीं हुई, हमारे यहाँ बिल्कुल नहीं हुई घटना। और कहीं हुई होगी वो पता किया जा सकता है। ਜੀ ਬਿਲਕੁਲ। ਜਿਹੜੇ ਲੋਕੀ ਵਹਿਮਾਂ ਭਰਮਾਂ ਦੇ ਵਿੱਚ ਵਿਸ਼ਵਾਸ ਕਰਦੇ ਨੇ ਬਹੁਤ ਨੇ, ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? नहीं, आप ऐसी बात पे विश्वास बिल्कुल ना करो। बहम का आजकल ये ज़माना नहीं है बहम का, साइंस ने तरक्की कर दी, कहाँ से कहाँ पहुँच गए लोग। नासा की बात करते हैं, यूएस की अमेरिका की बातें करते हैं, और जा कर के स्पेस में जा कर के एयरपोर्ट तक बना लेते हैं। तो आज ये भूत प्रेत की बातों पर विश्वास करने वाला बिल्कुल गलत भाव है ये। और हम एजुकेटेड पर्सन हैं, पढ़े लिखे लोग हैं, दीन दुनिया सब देखते हैं, हम दुनिया घूमते हैं, तो ऐसी बात पे विश्वास करके लोगों के प्रति बहम डालना ये बड़ा गलत परंपरा है, ऐसा नहीं करना चाहिए। और मैं स्वयं साक्षी हूँ उसका, 25 साल से मैं खुद यहाँ रह रहा हूँ। अगर सती आती और कोई परेशान करती तो मुझे भी करती, उल्टा उनका आशीर्वाद मिला है। इतनी बड़ी संस्था हमने यहाँ पे खड़ी की है तो उन्हीं की कृपा से की होगी, न कहीं मैंने चंदा मांगा न कुछ मांगा, इतनी बड़ी संस्था खड़ी हो गई तो उनका आशीर्वाद है। भूत प्रेत बन के परेशान बिल्कुल नहीं करती है। आप इस वहम से बाहर रहें तो बहुत बढ़िया रहेगा। ਜੀ ਜੀ ਗੁਰੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਜਾਣਕਾਰੀ ਦੇਣ ਦੇ ਲਈ, ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਕੱਢਣ ਲਈ, ਅਫਵਾਹ ਤੋਂ ਬਾਹਰ ਕੱਢਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। बहुत बहुत धन्यवाद, आपको भी बहुत बहुत धन्यवाद। और आपका जो चैनल है एक खूब प्रगति करे, खूब आगे बढ़े, मेरी ओर से बहुत बहुत शुभकामनाएं। जो आने वाली दिवाली है और ये हमारा भारत का बड़ा पावन और सुंदर पर्व है, तो पूरे विश्व के जितने भी हम हिंदू समाज के लोग हैं, चाहे हम हिंदू हों, जैन हों, सिख हों, ईसाई हों, हम मूलतः एक ही हैं, हम कोई अलग अलग नहीं हैं। देखो बुद्ध धर्म को मानने वाले भी ओम मानते हैं, हिंदू धर्म के लोग भी ओम मानते हैं, जैन भी ओम मानते हैं, सिख भी ओम मानते हैं। तो कहीं ना कहीं हमारी विरासत पहले से प्रारंभ हुई है। ये जो दिवाली पर्व विश्व का सबसे पावन और शुद्ध पर्व है, इसमें कोई मार काट, हिंसा, लड़ाई झगड़े कुछ नहीं होते हैं। ये रोशनी का पर्व है। हमारे हृदय में रोशनी जगे, हमारे हृदय में प्रेम जगे, राष्ट्र के प्रति हमारा भाव जगे। तो ऐसा सुंदर पर्व आप सभी को इसकी बहुत बहुत हमारी ओर से, मेरी संस्था की ओर से बहुत बहुत शुभकामना। और उसके बाद वैसे तो अलग अलग देशों में अलग अलग ढंग से नए साल मनाया जाता है, लेकिन वो जो पूरे विश्व में एक नया साल मनाया जाता है, अंग्रेजी नया साल। तो आने वाला जो नया साल है 2023 आप सबके लिए बहुत बहुत शुभ हो, बहुत बहुत महान कार्य आप कर सकें। और ये जो कोरोना जैसी महामारी से हम सब उभर करके अब आए हैं, ऐसे संकट हमारे जीवन में ना आए, आप सब खूब तरक्की करें। ये मेरी ओर से, मेरी संस्था की ओर से आप सभी को बहुत बहुत शुभकामना। और इस चैनल को भी मैं बहुत बहुत शुभकामना देना चाहता हूँ। ये खूब प्रगति करे और समाज को एक सूत्र में बांधने का काम करे। जय हिंद। ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਅਸੀਂ ਇੱਥੇ ਮੰਦਿਰ ਦੇ ਵਿੱਚ ਆਏ ਹੋਏ ਹਾਂ ਜਿੱਥੇ ਸਤੀਆਂ ਦੀਆਂ ਸਮਾਧਾਂ ਨੇ, ਤਾਂ ਹੁਣ ਇੱਥੇ ਜਿਹੜੇ ਸ਼ਰਧਾਲੂ ਇੱਥੇ ਮੱਥਾ ਟੇਕਣ ਆਉਂਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਇੱਕ ਮਾਤਾ ਜੀ ਮੌਜੂਦ ਨੇ, ਉਹਨਾਂ ਤੋਂ ਪੁੱਛਾਂਗੇ ਕਿ ਇਸ ਦੇ ਪਿੱਛੇ ਦੀ ਅਸਲ ਸੱਚਾਈ ਕੀ ਹੈ। ਜੀ ਇੱਥੇ ਅਸੀਂ ਅੱਜ ਮੰਦਿਰ ਦੇ ਵਿੱਚ ਆਏ ਹਾਂ, ਤਾਂ ਇੱਥੇ ਮੰਦਿਰ ਦੀ ਜਿਹੜੀ ਅਫਵਾਹ ਹੈ ਲੋਕਾਂ ਨੇ ਫੈਲਾਈ ਹੋਈ ਹੈ ਕਿ ਇੱਥੇ ਸਤੀਆਂ ਦੀਆਂ ਸਮਾਧਾਂ ਨੇ, ਸਤੀਆਂ ਦਾ ਮੰਦਿਰ ਇਹਨੂੰ ਕਿਹਾ ਜਾਂਦਾ ਹੈ। ਤੇ ਕਹਿੰਦੇ ਨੇ ਕਿ ਜੇ ਕੋਈ ਔਰਤ ਇੱਥੇ ਮੱਥਾ ਟੇਕਣ ਆਉਂਦੀ ਹੈ ਤਾਂ ਉਹਦੇ ਤੇ ਜਿਹੜੀ ਸਤੀ ਦੀ ਆਤਮਾ ਹੈ ਉਹਦੇ ਤੇ ਹਾਵੀ ਹੋ ਜਾਂਦੀ ਹੈ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ, ਕਿੰਨੀ ਕੁ ਸੱਚਾਈ ਹੈ ਇਹਦੇ ਵਿੱਚ? ਇਹ ਸਰਾਸਰ ਝੂਠ ਹੈ। ਜਦੋਂ ਅਸੀਂ ਬਹੂ ਵਿਆਹ ਕੇ ਲਿਆਂਦੇ ਆ ਨਾ ਨਵੀਂ ਦੇਖੋ ਉਹਦੇ ਬੰਨ ਵੀ ਲੱਗਿਆ ਹੁੰਦਾ, ਬਟਨਾ ਵੀ ਲੱਗਿਆ ਹੁੰਦਾ, ਮਹਿੰਦੀ ਲੱਗੀ ਹੁੰਦੀ ਹੈ, ਸਾਰੀ ਫ੍ਰੈਗਰੈਂਸ ਵਾਲੀ ਚੀਜ਼ਾਂ ਲੱਗੀਆਂ ਹੁੰਦੀਆਂ ਨੇ। ਪਰ ਇੱਥੇ ਹੀ ਅਸੀਂ ਮੱਥਾ ਟਿਕਾਉਣ ਆਉਂਦੇ ਆ, ਕੋਈ ਕਿਸੇ ਦਾ ਕੰਨ ਵੀ ਤੱਤਾ ਨਹੀਂ ਹੋਇਆ ਅੱਜ ਤੱਕ, ਬਲਕਿ ਸਾਨੂੰ ਤਾਂ ਫਲ ਦਿੰਦੀ ਹੈ ਇਹ। ਅੱਛਾ, ਸਤੀ ਇੰਨੀ ਵਧੀਆ ਹੈ। ਹਾਂਜੀ, ਇਹ 400 ਸਾਲ ਪਹਿਲੇ ਸਾਡੀਆਂ ਇਹ ਸਤੀਆਂ ਹੋਈਆਂ ਸੀਗੀਆਂ। ਤਾਂ ਯੁੱਧ 'ਚ ਇਹਨਾਂ ਦੇ ਹਸਬੈਂਡ ਦੀ ਡੈਥ ਹੋ ਗਈ। ਇਹ ਆਪਣਾ 16 ਸਿੰਗਾਰ ਕਰਕੇ 2 ਬੱਚੀਆਂ ਸੀਗੀਆਂ ਜੁੜਵਾ, ਉਹਨਾਂ ਨੂੰ ਵੀ ਨਾਲ ਲੈ ਕੇ ਉਹ ਇੱਥੇ ਆ ਕੇ ਸਤੀ ਹੋ ਗਈ ਸੀ। ਹਾਂਜੀ ਜੀ। ਤੇ ਕੋਈ ਇਹ 'ਚ ਸ਼ੱਕ ਨਹੀਂ ਹੈ ਕਿ ਇਹ ਝੂਠੇ ਅਫਵਾਹ ਉਡਾਈ ਜਾਂਦੇ ਲੋਕ। ਇਹ 'ਚ ਕੋਈ ਨਹੀਂ ਉਹ ਹੈ ਵੀ ਕੋਈ ਨਹੀਂ ਸਤੀ ਹਾਵੀ ਹੁੰਦੀ। ਸਤੀ ਤਾਂ ਸਾਨੂੰ ਫਲੀਭੂਤ ਕਰ ਰਹੀ ਹੈ। ਅੱਛਾ, ਹਾਂਜੀ। ਤੇ ਤੁਸੀਂ ਇੱਥੇ ਮੱਥਾ ਟੇਕਣ ਡੇਲੀ ਮੱਥਾ ਟੇਕਣ ਆਉਂਦੇ ਹੋ ਇੱਥੇ? ਦੇਖੋ ਡੇਲੀ ਤਾਂ ਅਸੀਂ ਜਿਹੜੀ ਕੋਈ ਵੀ ਹਰੇਕ ਮਹੀਨੇ ਦੀ ਤੀਜ ਹੁੰਦੀ ਹੈ ਨਾ, ਤੀਜ ਉਹਨੂੰ ਮੱਥਾ ਟੇਕਦੇ ਆ ਨੇ ਇਹਦੇ।
ਤੇ ਕੋਈ ਕਿਸੇ ਦੇ ਮੱਝ ਗਾਂ ਸੂਵੇ ਉਹ ਵੀ ਤੀਜ ਨੂੰ ਮੱਥਾ ਟੇਕੇਗਾ ਇਹਦਾ ਇਹਨਾਂ ਦੇ ਨਾਮ ਦਾ। ਤੇ ਰੋਜ਼ ਵੀ ਆਓ ਚਾਹੇ ਕੋਈ ਉਹ ਨਹੀਂ ਹੈ, ਠੀਕ ਹੈ। ਮੈਂ ਤਾਂ ਡੇਲੀ ਆਂਦੀ ਦਿੱਲੀ ਆਉਂਦੇ ਹਾਂਜੀ ਜੀ। ਇੱਥੇ ਕਹਿੰਦੇ ਨੇ ਹੁਣ ਤਾਂ ਪ੍ਰਾਚੀਨ ਕ੍ਰਿਸ਼ਨ ਮੰਦਿਰ ਇੱਥੇ ਸਥਾਪਿਤ ਹੋ ਗਿਆ ਹੈ। ਹਾਂਜੀ, ਪਹਿਲਾਂ ਸਤੀਆਂ ਦੀ ਸਮਾਧਾਂ ਸੀਗੀਆਂ। ਕਿੰਨੀਆਂ ਸਤੀਆਂ ਦੀ ਸਮਾਧਾਂ ਨੇ ਤੇ ਉਹ ਕਿਵੇਂ ਸਤੀ ਹੋਈਆਂ ਸੀ? 3 ਨੇ ਇਹ, ਇੱਕ ਇਹ ਹੈ, ਇੱਕੋ ਉਹ ਦੁਬਾਰਾ ਬਣਾਈ ਹੈ। ਤੇ ਇਹ ਇਸ ਤਰ੍ਹਾਂ ਹੀ ਸਤੀ ਹੋਈਆਂ ਜਿੱਦਾਂ ਮੈਂ ਤੁਹਾਨੂੰ ਦੱਸਿਆ, ਤਿੰਨੇ ਇਕੱਠੀਆਂ ਹੀ ਹੋਈਆਂ। ਯੁੱਧ 'ਚ ਆਦਮੀਆਂ ਦੀ ਡੈਥ ਹੋ ਗਈ ਤੇ ਤਿੰਨੋਂ ਇਕੱਠੀਆਂ ਹੀ ਸਤੀ ਹੋ ਗਈ। ਹਾਂਜੀ, ਇੱਥੇ ਸਾਰੇ ਨਾ ਤੁਸੀਂ ਡਰੋ ਨਾ ਵੀ ਸ਼ਮਸ਼ਾਨ ਘਾਟ ਸੀ ਇਹ। ਇੱਥੇ ਵੀ ਮੁਰਦੇ ਜਲਦੇ ਹੁੰਦੇ ਸੀਗੇ ਔਰ ਮੱਥਾ ਟਿਕਵਾਉਣਾ ਸੀ ਇੱਥੇ ਇਹਨਾਂ ਨੂੰ ਬਹੂਆਂ ਨੂੰ ਲੈ ਕੇ ਆਉਂਦੇ ਸੀਗੇ। ਕੁਛ ਨਹੀਂ ਹੋਇਆ ਕਿਸੇ ਦਾ। ਮਤਲਬ ਪਹਿਲਾਂ ਇਹ ਸ਼ਮਸ਼ਾਨ ਘਾਟ ਸੀ, ਉਸ ਤੋਂ ਬਾਅਦ ਇੱਥੇ ਹੁਣ ਮੰਦਿਰ ਬਣ ਚੁੱਕਿਆ। 91 ਚ ਇੱਧਰ ਨਾ CRP ਵਾਲੇ ਰਹਿੰਦੇ ਸੀਗੇ, ਉਹਨਾਂ ਨੇ ਡੈੱਡ ਬੋਡੀ ਨੂੰ ਜਲਾਉਣ ਤੋਂ ਮਨਾ ਕਰਤਾ। ਕਹਿੰਦੇ ਸਾਨੂੰ ਸਮੈਲ ਆਉਂਦੀ ਹੈ। ਨਾਲੇ ਸਰਕਟ ਹਾਊਸ ਬਣ ਗਿਆ ਸੀਗਾ, ਫਿਰ ਬੰਦ ਕਰਤੇ ਮੁਰਦੇ ਜਲਾਣੇ। ਤੇ ਉਸ ਤੋਂ ਬਾਅਦ ਇਹ ਫਿਰ ਪਤਾ ਨਹੀਂ ਪਰਮਾਤਮਾ ਦੀ ਕੀ ਇੱਛਾ ਸੀਗੀ, ਫਿਰ ਮੰਦਿਰ ਹੀ ਬਣ ਗਿਆ। ਮੰਦਿਰ ਇੰਨਾ ਵਧੀਆ ਹੈਗਾ, ਦੇਖੋ ਕਿੰਨਾ ਵਧੀਆ। ਤੁਸੀਂ ਦੇਖਿਆ ਸ਼ਾਨਦਾਰ ਮੰਦਿਰ ਹੈ, ਦੇਖ ਕੇ ਨਾ ਨਾਮ ਜਪਣੇ ਨੂੰ ਦਿਲ ਕਰਦਾ। ਜੀ ਬਿਲਕੁਲ। ਤੇ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਇਹ ਜਿਹੜਾ ਮੰਦਿਰ ਹੈ, ਇੱਥੇ ਜਦੋਂ ਵੀ ਕੋਈ ਨਵੀਂ ਵਿਆਹੀ ਆਂਦੀ ਹੈ ਹਨਾ, ਸਭ ਤੋਂ ਪਹਿਲਾਂ ਉਹਨੂੰ ਇੱਥੇ ਮੱਥਾ ਟਿਕਾਇਆ ਜਾਂਦਾ ਹੈ। ਤੇ ਇਸ ਦੇ ਪਿੱਛੇ ਦਾ ਕਾਰਨ ਕੀ ਹੈ? ਨਹੀਂ, ਉਹ ਵਰਦਾਨ ਦੇ ਕੇ ਗਏ ਆ ਨਾ ਸਤੀ ਮਾਤਾ, ਅੱਛਾ, ਕਿ ਜਿਹੜਾ ਵੀ ਮੇਰੇ ਕੋਲ ਆ ਕੇ ਮੱਥਾ ਟੇਕੇਗਾ ਮੈਂ ਉਹਦੀ ਸਾਰੀ ਮਨੋਕਾਮਨਾ ਪੂਰੀ ਕਰੂੰਗੀ। ਅੱਛਾ, ਇਹ ਕਲਯੁਗ 'ਚ ਜਾਗਦੀ ਜੋਤ ਹੈ, ਬਿਲਕੁਲ ਸਾਖਸ਼ਾਤ ਪ੍ਰਣਾਮ ਹੈ। ਓਕੇ। ਤੇ ਜੇ ਇੱਥੇ ਮੱਥਾ ਟਿਕਾਣ ਨਾ ਲੈ ਕੇ ਆਈਏ ਉਹਨਾਂ ਨੂੰ ਫਿਰ? ਹਾਂ, ਬੜਾ ਨੁਕਸਾਨ ਹੁੰਦਾ ਫਿਰ ਸਾਡਾ। ਅੱਛਾ, ਹਾਂਜੀ। ਤੇ ਹੁੰਦਾ ਨੁਕਸਾਨ ਕਿਸ ਟਾਈਪ ਦਾ? ਕਿੱਦਾਂ? ਜਿਸ ਤਰ੍ਹਾਂ ਕਿ ਐਕਸੀਡੈਂਟ ਹੋ ਗਿਆ, ਲੱਤ ਬਾਂਹ ਟੁੱਟ ਗਈ, ਕੁਝ ਹੋਰ ਨੁਕਸਾਨ, ਇਕਨੋਮਿਕਲੀ ਕੰਡੀਸ਼ਨ ਵੀਕ ਹੋ ਜਾਏਗੀ। ਅੱਛਾ, ਹਾਂਜੀ। ਤੇ ਇਹ ਪਹਿਲਾਂ ਵੀ ਇਦਾਂ ਦਾ ਕਦੇ ਹੋਇਆ? ਵੇਖਿਆ ਤੁਸੀਂ ਆਪਣੇ ਅੱਖਾਂ ਨਾਲ? ਤਾਂ ਅਸੀਂ ਤੇ ਡਰਦੇ ਜ਼ਰੂਰ ਆਂਦੇ ਹੀ ਆਂਦੇ ਆ। ਰਾਜਪੂਤ ਸਮਾਜ ਸਾਰਾ ਇੱਥੇ ਮੱਥਾ ਟੇਕਣ ਆਂਦਾ ਹੀ ਆਂਦਾ। ਇੱਕ ਹੋਰ ਗੱਲ ਸੁਣੋ, ਪੈਦਲ ਆਣਾ ਹੈ। ਅੱਛਾ, ਗੱਡੀ 'ਚ ਨਹੀਂ ਆਣਾ। ਅੱਛਾ, ਪੈਦਲ ਇਸ ਕਰਕੇ ਆਂਦੇ। ਇੱਕ ਵਾਰ ਗੱਡੀ 'ਚ ਆ ਗਿਆ ਕੋਈ, ਇੱਥੇ ਨਾ ਬਿਲਕੁਲ ਕੁਝ ਵੀ ਨਹੀਂ ਥਾ। ਇੱਕ ਵੱਡਾ ਸਾਡਾ ਸਾਂਢ, ਤੁਸੀਂ ਜਾਣਦੇ ਸਾਂਢ ਕੀ ਹੁੰਦਾ? ਸਾਂਢ ਆਇਆ ਔਰ ਉਹਨੂੰ ਟੱਕਰ ਮਾਰ ਕੇ ਉਹਦੀ ਲੱਤ ਤੋੜਦੀ, ਨਵੀਂ ਉਹ ਬਹੂ ਦੀ। ਉਹ ਮੱਥਾ ਨਹੀਂ ਟਿਕਾਣ ਲੈ ਕੇ ਆਏ ਸੀ ਇੱਥੇ? ਮੱਥਾ ਟਿਕਾਣ ਲਿਆਏ, ਗੱਡੀ 'ਚ ਆ ਗਏ। ਅੱਛਾ, ਗੱਡੀ 'ਚ ਆ ਗਏ, ਇਸ ਕਰਕੇ ਨੁਕਸਾਨ ਹੋ ਗਿਆ। ਤਾਂ ਅਸੀਂ ਪੈਦਲ ਹੀ ਲਿਆਂਦੇ ਬਹੂਆਂ ਨੂੰ। ਨਵੀਂ ਵਿਆਹੀ ਬਹੂ ਪੈਦਲ ਆਏਗੀ ਚੱਲ ਕੇ। ਹੁਣ ਤਾਂ ਬਹੁਤ ਸੁਵਿਧਾ ਹੋ ਗਈ। ਪਹਿਲੇ ਤਾਂ ਨਦੀ ਸੀਗੀ ਇੱਥੇ, ਇਹਨਾਂ ਨੇ ਰੇਤਾ ਗਰਮ ਰੇਤੇ 'ਚ ਨੂੰ ਲਿਆਣਾ, ਗਰਮੀਆਂ 'ਚ ਵਿਆਹ ਹੋਣਾ ਜਦੋਂ। ਇਹ ਮਾਨਤਾ ਹੈ ਇਹਦੀ, ਇਸ ਕਰਕੇ ਡਰਦੇ ਆ ਸਾਰੇ, ਫਿਰ ਪੈਦਲ ਹੀ ਲਿਆਂਦੇ। ਤੁਸੀਂ ਇਹਨੂੰ ਇੱਕ ਡਰ ਮੰਨਦੇ ਹੋ ਜਾਂ ਕਿੱਦਾਂ, ਕਿਸ ਵੇ ਨਾਲ ਦੇਖਦੇ ਹੋ ਤੁਸੀਂ ਇਹਨੂੰ? ਭਾਵਨਾ ਹੈ ਵੀ ਇਹ ਸਾਡੀ ਸਤੀਆਂ, ਸਾਡੇ ਬਜ਼ੁਰਗ ਸਤੀ ਹੋਈ ਵੀ ਹੈ, ਕੋਈ ਬਾਹਰ ਦੀ ਥੋੜੀ ਹੈ। ਇਹ ਮਲੋਏ ਦੀ ਹੈ, ਸਾਡੇ ਹੀ ਅੰਸ਼ ਚੋਂ ਹੈ। ਇਸ ਕਰਕੇ ਅਸੀਂ ਇਹਨਾਂ ਨੂੰ ਪੂਰਾ ਆਪਣੇ ਅੰਦਰ ਤੋਂ ਮੰਨਦੇ ਹਾਂ। ਜੀ ਬਿਲਕੁਲ। ਤੇ ਹੋਰ ਇੱਥੇ ਜਿਹੜੇ ਤੁਸੀਂ ਦੱਸ ਰਹੇ ਸੀਗੇ, ਤੇ ਇਸ ਮੰਦਿਰ ਦੀ ਸਥਾਪਨਾ ਹੋਈ ਨੂੰ ਕਿੰਨਾ ਟਾਈਮ ਹੋ ਗਿਆ? ਤੇ ਜਿਹੜੀਆਂ ਸਤੀਆਂ ਸੀਗੀਆਂ, ਕੀ ਤੁਹਾਨੂੰ ਉਹਨਾਂ ਦੇ ਬਾਰੇ ਕੁਝ ਪਤਾ ਹੈ ਕਿ ਉਹਨਾਂ ਦਾ ਨਾਮ ਕੀ ਸੀ, ਕਿੱਦਾਂ ਸੀ, ਕਿਹੜਾ ਬੈਕਗ੍ਰਾਉਂਡ ਸੀ, ਕਿੱਥੋਂ ਸੀਗੀਆਂ, ਉਹ ਕਿਵੇਂ ਸਤੀ ਹੋਈਆਂ ਸੀ? ਉਹ ਮਲੋਏ ਦੀਆਂ ਹੀ ਹੈ, ਬਹੂਆਂ ਸੀਗੀਆਂ। ਇੱਕ ਸਤੀ ਦੇ ਬਾਰੇ ਮੈਨੂੰ ਜ਼ਿਆਦਾ ਪਤਾ ਹੈ, ਜਿਹੜੀ ਸਾਡੀ ਆਪਣੀ ਹੈ। ਅਤਰੋ ਨਾਮ ਥਾ ਉਹਨਾਂ ਦਾ, ਤੇ ਨੱਥਾ ਸਿੰਘ ਉਹਨਾਂ ਦੇ ਹਸਬੰਡ ਦਾ ਨਾਮ ਸੀਗਾ। ਉਹ ਆ ਕੇ ਇੱਥੇ 2 ਬੱਚੀਆਂ ਨੂੰ ਲੈ ਕੇ ਸਤੀ ਹੋ ਗਈ ਸੀਗੀ। ਜੀ, ਇਹਦਾ ਹੀ ਪਤਾ ਬਸ ਮੈਨੂੰ, ਹੋਰਾਂ ਦੇ ਇਹਨਾਂ ਦਾ ਨਾਮ ਨੂੰ ਨਹੀਂ ਪਤਾ। ਮਤਲਬ ਸਾਡਾ ਜਿਹੜਾ ਮਕਸਦ ਸੀ ਇੱਥੇ ਇਹੀ ਕਲੀਅਰ ਕਰਨਾ ਸੀ ਕਿ ਇੱਥੇ ਜਿਹੜਾ ਅਫਵਾਹ ਫੈਲਾਈ ਹੋਈ ਹੈ ਉਹਦੇ ਵਿੱਚ ਕਿੰਨੀ ਕੁ ਸੱਚਾਈ ਹੈ। ਮਤਲਬ ਉਹ ਬਿਲਕੁਲ ਹੀ ਝੂਠ ਹੈ? ਝੂਠ ਹੈ, ਬਿਲਕੁਲ ਸਰਾਸਰ ਝੂਠ ਹੈ, 100% ਝੂਠ ਹੈ। ਜੀ ਜੀ, ਬਹੁਤ ਬਹੁਤ ਧੰਨਵਾਦ। ਜਿਵੇਂ ਅਸੀਂ ਤੁਹਾਡੀ ਅੱਜ ਇੱਥੇ ਜਿਹੜੇ ਸ਼ਰਧਾਲੂ ਆਏ ਸੀ ਉਹਨਾਂ ਦੇ ਨਾਲ ਗੱਲਬਾਤ ਕਰਾਈ, ਇੱਥੋਂ ਦੇ ਗੁਰੂ ਜੀ ਨੇ ਜਿਹੜੇ, ਉਹਨਾਂ ਦੇ ਨਾਲ ਗੱਲਬਾਤ ਕਰਾਈ। ਸਾਡਾ ਇੱਥੇ ਮੇਨ ਮਕਸਦ ਇੱਥੇ ਆਉਣ ਦਾ ਇਹ ਸੀ ਕਿ ਜਿਹੜੇ ਇੱਥੇ ਲੋਕਾਂ ਨੇ ਇਸ ਮੰਦਿਰ ਨੂੰ ਲੈ ਕੇ ਅਫਵਾਹਾਂ ਫੈਲਾਈਆਂ ਹੋਈਆਂ ਨੇ ਕਿ ਜਿਹੜੀ ਇੱਥੇ ਸਤੀ ਹੈ, ਸਤੀ ਦੇ ਅੱਗੇ ਕੋਈ ਵੀ ਔਰਤ ਮੱਥਾ ਟੇਕਣ ਆਉਂਦੀ ਹੈ ਤਾਂ ਉਸ ਦੇ ਵਿੱਚ ਸਤੀ ਦੀ ਆਤਮਾ ਜਿਹੜੀ ਹੈ ਉਸ ਤੇ ਹਾਵੀ ਹੋ ਜਾਂਦੀ ਹੈ ਨਾ, ਉਸ ਦੇ ਵਿੱਚ ਸਤੀ ਦੀ ਆਤਮਾ ਆ ਜਾਂਦੀ ਹੈ। ਇਹ ਜਿਹੜਾ ਅੱਜ ਕੱਲ੍ਹ ਹੈ ਸੋਸ਼ਲ ਮੀਡੀਆ ਤੇ ਇਸ ਦੀ ਬੜੀ ਜ਼ਿਆਦਾ ਅਫਵਾਹ ਫੈਲਾਈ ਹੋਈ ਹੈ। ਹਾਲਾਂਕਿ ਇੱਥੋਂ ਤੱਕ ਕਿ ਇੱਥੋਂ ਚੰਡੀਗੜ੍ਹ ਦੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਇਹ ਮੰਦਿਰ ਹੈ ਕਿੱਥੇ ਹੈ। ਇੱਥੇ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਪਤਾ ਹੈ, ਪਰ ਜਿਹੜੇ ਇੱਥੇ ਲੋਕ ਜਿਹੜੇ ਇਹਨੂੰ ਮੰਨਦੇ ਨੇ, ਨਾਲ ਹੀ ਨੇੜੇ ਤੇੜੇ ਦੇ ਜਿਹੜੇ ਪਿੰਡਾਂ ਦੇ ਲੋਕ ਨੇ, ਉਹਨਾਂ ਦੇ ਉਹ ਕਾਫੀ ਮਾਨਤਾ ਹੈ ਉਹਨਾਂ ਦੇ ਲਈ ਇਸ ਮੰਦਿਰ ਦੀ। ਬਹੁਤ ਸ਼ਰਧਾ ਭਾਵਨਾ ਦੇ ਨਾਲ ਉਹ ਇੱਥੇ ਮੱਥਾ ਟੇਕਣ ਆਉਂਦੇ ਨੇ। ਤਾਂ ਸਾਡਾ ਵੀ ਮਕਸਦ ਤੁਹਾਨੂੰ ਇਹੀ ਚੀਜ਼ ਕਲੀਅਰ ਕਰਨਾ ਸੀ ਕਿ ਇੱਦਾਂ ਦੀ ਜਿਹੜੇ ਅਫਵਾਹਾਂ ਹੁੰਦੀਆਂ ਨੇ ਉਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਵਹਿਮਾਂ ਭਰਮਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਸੋ ਇੱਦਾਂ ਦੀਆਂ ਹੋਰ ਜਿਹੜੀਆਂ ਨਵੀਆਂ ਸਟੋਰੀਆਂ, ਨਵੀਆਂ ਕਹਾਣੀਆਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਉਦੋਂ ਤੱਕ ਤੁਸੀਂ ਵੇਖਦੇ ਰਹੋ ਲਾਈਵ ਪੰਜਾਬੀ ਟੀਵੀ।
ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈਵ ਪੰਜਾਬੀ ਟੀਵੀ ਨੂੰ IPTV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।